ਦਿੱਤੀ ਜਾਵੇ ਇਹ ਮੌਤ ਤੇ ਜ਼ਿੰਮੇਵਾਰ ਮੈਂ ਇਹਨਾਂ ਦੁੱਖੋਂ ਮਾਰਿਆ। ਠੀਕ ਹੈ, ਮੈਂ ਬਹੁਤ ਦੁਖੀ ਹਾਂ, ਇਹਦੇ ਨਾਲ ਬਹੁਤ ਧੱਕਾ ਹੋ ਰਿਹਾ। अपने पुत का होना मैं उस नहीं कर सकती। मैनू गल्लां भी भुल गई अपने पुत दियां। एक गर्भवती पत्नी जिन्हां दा 8वां महीना चल रहा है, उन्हां दे कोल 2 साल दी बच्ची पहलां भी है। जिद्दां मेरी धी बैठी है रंडी हो गए, इन्हां दे भी अगे इदां ही बहन। मौत ते ਜ਼ਿੰਮੇਵਾਰ है, मैं बहुत दुखी हो गया। साडे नाल धक्का सही कर रहे हैं। विदेश ਦੇ ਵਿੱਚ ਜਾਣਾ ਸੀ ਉਸ ਬੱਚੇ ਨੇ, ਵੀਜ਼ਾ ਆ ਚੁੱਕਿਆ ਸੀ, ਪਰ ਇਹ ਦਰਦ ਭਰੀ ਕਹਾਣੀ नजायज़ ही पर्चा देता है साडे ते, बहुत दुखी है। साडे ते नजायज़ ही पर्चा दिता है। सारे सानू गालां कढदियां ही, जनानियां भी उन्हां दियां। ਬੀਤੇ ਦਿਨੀ ਦਾਰਾਪੁਰ ਰੇਲਵੇ ਫਾਟਕ ਜੋ ਕਿ ਟਾਂਡਾ ਦੇ ਵਿੱਚ ਪੈਂਦਾ ਹੈ ਹੁਸ਼ਿਆਰਪੁਰ ਤੋਂ, ਤੁਸੀਂ ਉਹ ਖਬਰ ਜ਼ਰੂਰ ਸੁਣ ਲਈ ਹੋਣੀ ਹੈ ਜਿੱਥੇ ਕਿ 34 ਸਾਲ ਦਾ ਨੌਜਵਾਨ ਅਮਨਦੀਪ ਸਿੰਘ ਪਤਾ ਨਹੀਂ ਕਿਹੜੀਆਂ ਮਜਬੂਰੀਆਂ ਕਰਕੇ ਇਸ ਦੁਨੀਆ ਨੂੰ ਛੱਡ ਗਏ, ਪਰ ਉਹਨਾਂ ਦੇ ਪਿੱਛੇ ਰਹਿੰਦੇ ਪਰਿਵਾਰ ਦਾ ਜਦੋਂ ਤੁਸੀਂ ਹਾਲ ਸੁਣੋਗੇ ਤਾਂ ਤੁਹਾਡੀ ਅੱਖਾਂ ਦੇ ਵਿੱਚੋਂ ਵੀ ਜ਼ਰੂਰ ਹੰਝੂ ਆ ਜਾਣਗੇ। ਇੱਕ ਗਰਭਵਤੀ ਪਤਨੀ ਜਿਨ੍ਹਾਂ ਦਾ 8ਵਾਂ ਮਹੀਨਾ ਚੱਲ ਰਿਹਾ ਹੈ, ਉਹਨਾਂ ਦੇ ਕੋਲ 2 ਸਾਲ ਦੀ ਬੱਚੀ ਪਹਿਲਾਂ ਵੀ ਹੈ। ਉਹ ਬੱਚੀ ਆਪਣੇ ਪਾਪਾ ਨੂੰ ਬਾਰ-ਬਾਰ ਫੋਨ ਕਰਕੇ ਬੁਲਾਉਂਦੀ ਹੈ ਕਿਉਂਕਿ ਇਨਸਾਫ ਜੇਕਰ ਮਿਲ ਜਾਏਗਾ ਤਾਂ ਘਰਦਿਆਂ ਨੂੰ ਲੱਗੇਗਾ ਸਾਡਾ ਪੁੱਤ ਸਾਡੇ ਕੋਲ ਹੈ, ਪਰ ਜੇਕਰ ਨਹੀਂ ਤਾਂ ਤੁਸੀਂ ਸੋਚ ਸਕਦੇ ਹੋ ਕਿ ਘਰ ਦੇ ਹਾਲਾਤ ਕਿਹੋ ਜਿਹੇ ਹੋਣਗੇ। ਇਹਨਾਂ ਦੀਆਂ ਘਰ ਦੀਆਂ ਪਰੇਸ਼ਾਨੀਆਂ ਤੇ ਹਾਲਾਤ ਦੇਖ ਕੇ ਤੁਸੀਂ ਖੁਦ ਜਾਣ ਪਾਓਗੇ ਕਿ ਨਾ ਤਾਂ ਇਹਨਾਂ ਨੂੰ ਇਨਸਾਫ ਮਿਲਣ ਦੀ ਉਮੀਦ ਜਾਪ ਰਹੀ ਹੈ ਅਤੇ ਨਾ ਹੀ ਕੁਝ ਵੀ ਹੁਣ ਵਾਪਸ ਹੱਥ ਪੱਲੇ ਲੱਗਣ ਦੀ। ਘਰਦਿਆਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ ਕਿਉਂਕਿ ਅਮਨਦੀਪ ਸਿੰਘ ਦੇ ਵੱਲੋਂ ਇਸ ਜਹਾਨ ਤੋਂ ਜਾਣ ਤੋਂ ਪਹਿਲਾਂ ਆਪਣੀ ਪਤਨੀ ਨੂੰ ਕੁਝ ਰਿਕਾਰਡਿੰਗਸ ਭੇਜੀਆਂ ਗਈਆਂ ਸਨ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਖੁਲਾਸੇ ਵੀ ਹੋਏ ਨੇ। ਤਾਂ ਉਹ ਮਿਲਦੇ ਉਹਨਾਂ ਦੇ ਘਰਦਿਆਂ ਨੂੰ ਤੇ ਪੁੱਛਦੇ ਹਾਂ ਕਿ ਹੁਣ ਤੱਕ ਉਹਨਾਂ ਦੇ ਸਾਹਮਣੇ ਸਾਰੇ ਮਾਮਲੇ ਦੇ ਵਿੱਚ ਕੀ ਕੁਝ ਨਿਕਲ ਕੇ ਆਇਆ। ਅਮਨਦੀਪ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ। ਦਾਰਾਪੁਰ ਰੇਲਵੇ ਫਾਟਕ ਤੇ ਜਿਹੜੀ ਪੂਰੀ ਘਟਨਾਕ੍ਰਮ ਹੋਇਆ ਸੀ ਉਸ ਤੋਂ ਬਾਅਦ ਦੀ ਇਹ ਤਸਵੀਰ ਹੈ। ਇਸ ਘਰ ਦੇ ਵਿੱਚ ਹੋਰ ਵੀ ਜੀ ਨੇ, ਉਹਨਾਂ ਦੀ ਪਤਨੀ ਤੁਹਾਡੇ ਸਾਹਮਣੇ ਬੈਠੇ ਨੇ। ਕੀ ਨਾਮ ਹੈ ਤੁਹਾਡਾ? शरणजीत कौर। ਸ਼ਰਨਜੀਤ ਕੌਰ। ਜਦੋਂ ਇਹਨਾਂ ਨੇ ਉਹ ਸਾਰੀ ਘਟਨਾ ਵਾਪਰੀ ਸੀ ਇਹਨਾਂ ਦੇ ਨਾਲ ਤਾਂ ਤੁਹਾਨੂੰ ਕੁਝ ਵੌਇਸ ਰਿਕਾਰਡਿੰਗ ਭੇਜੀਆਂ ਗਈਆਂ ਸੀ, ਤੁਸੀਂ ਉਹ ਸੁਣੀਆਂ ਧਿਆਨ ਨਾਲ? ਉਹਨਾਂ ਦੇ ਵਿੱਚ ਕੀ ਸੀ? ਲੇਟ ਨਹੀਂ ਸਵੇਰੇ ਦੇਖਿਆ ਹੀ ਨਹੀਂ ਸੀਗੀਆਂ ਅਸੀਂ, ਫਿਰ ਸਵੇਰੇ ਇੱਦਾਂ ਹੋ ਗਿਆ ਸੀਗੇ ਤਾਂ ਕਰਕੇ ਸਵੇਰੇ ਪਤਾ ਲੱਗਾ ਹੀ ਡੈਥ ਹੋ ਗਈ ਇਹਨਾਂ ਦੀ। ਬੱਚਾ ਹੁਣ ਤੁਹਾਨੂੰ ਪੁੱਛਦਾ ਕਿ ਪਾਪਾ ਕਿੱਥੇ ਨੇ? ਪਾਪਾ ਪੁੱਛਦੇ ਆ, 1.5 ਸਾਲ ਮੇਰੇ ਬੱਚੇ ਪੁੱਛਦੇ ਪਾਪਾ ਕਿੱਥੇ ਆ, ਬਾਜਾਂ ਮਾਰਦੇ। ਹਾਂਜੀ, ਕੀ ਸਮਝਾਉਂਦੇ? ਮੈਂ ਕਿਹਾ ਪਾਪਾ ਇੱਥੇ ਹੀ ਹੈ, ਸ਼ਹਿਰ ਨੂੰ ਗਏ ਪਾਪਾ। ਹਾਂਜੀ, ਗਾੜੀ ਮੈਨੂੰ 8ਵਾਂ ਮਹੀਨਾ ਆ, ਖਰਚਾ ਚਾਹੀਦਾ, ਮੈਨੂੰ ਸਜ਼ਾ ਹੋਣੀ ਚਾਹੀਦੀ, ਜ਼ਿੰਦਗੀ ਸਜ਼ਾ ਦਿਓ ਇਹਨਾਂ ਨੂੰ। ਹਾਂਜੀ, ਚਲੋ ਆਪਾਂ ਰਿਕਾਰਡਿੰਗ ਸੁਣ ਲੈਂਦੇ ਹਾਂ, ਹੈ ਨਾ? ਤੁਹਾਡੇ ਕੋਲ ਕੁਝ ਰਿਕਾਰਡਿੰਗ ਜਿਹੜੇ ਉਹਨਾਂ ਨੇ ਜਾਣ ਤੋਂ ਪਹਿਲਾਂ ਇਹ ਜਿਹੜਾ ਮੈਂ ਮੈਸੇਜ ਭੇਜਿਆ ਮੇਰੀ ਮੌਤ ਤੇ ਜ਼ਿੰਮੇਵਾਰ ਹੈ। ਮੈਂ ਬਹੁਤ ਦੁਖੀ ਹੋ ਗਿਆ। ਸਾਡੇ ਨਾਲ ਧੱਕਾ ਸਹੀ ਕਰ ਰਹੇ ਆ। ਠੀਕ ਹੈ, ਹੈਲੋ, ਹਾਂ ਸਰ ਨੇ ਕਿੱਦਾਂ ਹੋਰ ਨਵੀਂ ਤਾਜੀ ਨਿਆਣਿਆਂ ਦਾ ਖਿਆਲ ਰੱਖੀ। ਤਾਂ ਮੇਰੀ ਮੌਤ ਦੇ ਜ਼ਿੰਮੇਵਾਰ ਬਾਵੇ ਦਾ ਮੁੰਡਾ ਜੀਪ, ਉਹਦਾ ਮੁੰਡਾ ਝਾਟੋ ਔਰ ਉਹਦਾ ਪੋਤਾ, ਉਹਦੀ ਬਾਵੇ ਦੀ ਜਨਾਨੀ, ਝਾਟੋ ਦੀ ਜਨਾਨੀ, ਪੂਰਾ ਪਰਿਵਾਰ ਉਹਦਾ ਮੇਰੀ ਮੌਤ ਦਾ ਜ਼ਿੰਮੇਵਾਰ ਹੈ। ਦੂਸਰਾ ਸਾਡਾ ਕਾਬਲ ਮਾਸੜ, ਉਹ ਵੀ ਢੇਸੀਆਂ ਦਾ, ਉਹ ਵੀ ਸਾਡੀ ਮੇਰੀ ਮੌਤ ਦਾ ਜ਼ਿੰਮੇਵਾਰ ਹੈ। ਠੀਕ ਹੈ, ਇਹ ਮੇਰਾ ਮੈਸੇਜ
ਦਰਖਾਸਤ ਦੇ ਕੇ ਇਹਨਾਂ ਨੂੰ ਦਿੱਤੀ ਜਾਏ ਵੀ ਇਹ ਮੌਤ ਦਾ ਜ਼ਿੰਮੇਵਾਰ ਹੈ। ਮੈਂ ਇਹਨਾਂ ਦੁੱਖੋਂ ਮਾਰਿਆ, ਠੀਕ ਹੈ। ਮੈਂ ਬਹੁਤ ਦੁਖੀ ਹਾਂ, ਇਹਦੇ ਨਾਲ ਬਹੁਤ ਧੱਕਾ ਹੋ ਰਿਹਾ। ਮੇਰਾ ਪਰਿਵਾਰ ਸਾਰਾ ਹੀ ਬਹੁਤ ਦੁਖੀ ਸੀ, ਇਹ ਤੋਂ ਪੂਰਾ ਪਰਿਵਾਰ। ਅਸੀਂ ਇੰਨੇ ਪਰੇਸ਼ਾਨ ਸੀਗੇ, ਪੁੱਛੋ ਕੁਝ। ਨਜਾਇਜ਼ ਹੀ ਪਰਚਾ ਦੇ ਦਿੱਤਾ ਹੈ ਸਾਡੇ ਤੇ, ਬਹੁਤ ਦੁਖੀ ਹਾਂ। ਸਾਡੇ ਤੇ ਨਜਾਇਜ਼ ਹੀ ਪਰਚਾ ਦਿੱਤਾ ਹੈ, ਧੱਕਾਸ਼ਾਹੀ ਦੇ ਕਰ ਰਿਹਾ, ਨਜਾਇਜ਼ ਪਰਚਾ ਦਿੱਤਾ ਸਾਡੇ ਤੇ। ਬਾਵੇ ਦਾ ਪੋਤਾ ਜੀਪ ਝਾਟੋ, ਇਹਦਾ ਪੂਰਾ ਪਰਿਵਾਰ ਮੇਰੀ ਮੌਤ ਦਾ ਜ਼ਿੰਮੇਵਾਰ ਹੈ। ਮੈਂ ਬਹੁਤ ਦੁਖੀ ਹਾਂ। ਕੱਕਾਵਲ ਢੇਸੀਆਂ ਦਾ, ਉਹ ਸਾਡੀ ਮੌਤ ਦਾ ਜ਼ਿੰਮੇਵਾਰ ਹੈ। ਅਸੀਂ ਬਹੁਤ ਦੁਖੀ ਹਾਂ, ਪੂਰਾ ਪਰਿਵਾਰ, ਪੋਤਾ, ਸਾਰੇ ਸਾਨੂੰ ਪਰੇਸ਼ਾਨ ਕਰ ਰਹੇ ਆ। ਇਹਦੇ ਕਰਕੇ ਮੈਂ ਮਰਨ ਜਾ ਰਿਹਾ। ਜੀਪ ਦੀ ਜਨਾਨੀ ਵੀ ਮੌਤ ਜ਼ਿੰਮੇਵਾਰ ਹੈ। ਸਾਰੇ ਸਾਨੂੰ ਗਾਲਾਂ ਕੱਢਦੀਆਂ ਸੀ, ਜਨਾਨੀਆਂ ਵੀ ਉਹਨਾਂ ਦੀਆਂ ਸਾਨੂੰ ਆ ਕੇ। ਪੂਰੇ ਮੈਂ ਬਹੁਤ ਦੁਖੀ ਸੀ, ਸਾਡਾ ਪਰਿਵਾਰ ਬਹੁਤ ਦੁਖੀ ਸੀ। ਮੌਤ ਦੇ ਜ਼ਿੰਮੇਵਾਰ ਇਹ ਹੈ। ਫੁੱਫੜ ਨੂੰ ਕਹਿਣਾ ਇਸ ਬਚਨ ਨਾ, ਮੇਰੀ ਮੌਤ ਦੇ ਜ਼ਿੰਮੇਵਾਰ ਇਹ ਹੈ। ਛੱਡਣਾ ਨਹੀਂ ਪੂਰਾ ਪਰਿਵਾਰ, ਇਹਨਾਂ ਨੂੰ ਪੂਰੀ ਸਜ਼ਾ ਹੋਣੀ ਚਾਹੀਦੀ ਹੈ। ਅਸੀਂ ਬਹੁਤ ਤੰਗ ਹੈ। ਤੁਹਾਨੂੰ ਇਹ ਵੌਇਸ ਮੈਸੇਜ ਉਹਨਾਂ ਨੇ ਕਿੰਨੇ ਵਜੇ ਭੇਜੇ ਸੀਗੇ ਉਸ ਦਿਨ? ਹਾਂਜੀ 5:27 ਤੇ ਆਈ ਸੀ। 5:27 ਹਾਂਜੀ ਇਹਨਾਂ ਨੂੰ 5:27 ਤੇ ਦੇਖਿਆ, ਦੇਖਿਆ। ਪੈਸੇ ਕਿਤੇ ਪਹਿਲਾਂ ਹੀ ਆਏ ਹੋਣਗੇ। ਇਹਨਾਂ ਨੇ ਉੱਠ ਕੇ ਜਦੋਂ ਦੇਖੇ ਨਾ 5:27 ਦੇਖੇ ਨਹੀਂ, ਫਿਰ ਆਪਾਂ ਉੱਠ ਕੇ ਦੇਖੇ ਨਹੀਂ ਸਵੇਰੇ। ਸਵੇਰੇ ਹਾਂਜੀ ਹਾਂਜੀ। ਤੇ ਸਾਰੀ ਘਟਨਾ ਕਦੋਂ ਵਾਪਰੀ ਹੈ? ਭੂਆ ਜੀ ਦੇ ਘਰੋਂ ਉਹ ਕਿੰਨੇ ਵਜੇ ਨਿਕਲੇ ਨੇ? ਤੁਸੀਂ ਉਹ ਸਭ ਕੁਝ ਪੁੱਛਿਆ, ਪਤਾ ਕੀਤਾ? ਨਹੀਂ ਕੁਛ ਨਹੀਂ ਪੁੱਛਿਆ। ਚਲੋ ਉਹਨਾਂ ਦੀ ਮਾਤਾ ਜੀ ਨਾਲ ਗੱਲ ਕਰਦੇ ਆ। ਤੁਹਾਡੇ ਨਾਲ ਮਾਤਾ ਜੀ ਅਮਨਦੀਪ ਦੀ ਕੋਈ ਗੱਲਬਾਤ ਹੋਈ ਹੋਵੇ ਆਖਰੀ ਹੁੰਦੇ? ਕੋਈ ਗੱਲ ਨਹੀਂ ਹੋਈ ਪੁੱਤ। ਬੜਾ ਸੋਹਣਾ ਨਹਾਤਾ ਆ, ਨਹਾ ਕੇ ਇੱਥੋਂ ਗਿਆ ਆ। ਕਹਿੰਦਾ ਚਾਚੇ ਨੇ ਜਾਣਾ ਸੀਗਾ ਹੁਸ਼ਿਆਰਪੁਰ ਨੂੰ ਆਪਣੀਆਂ ਨਕਲਾਂ ਲੈਣ, ਤੇ ਉੱਥੇ ਨਹਾ ਧੋ ਕੇ ਗਿਆ। ਕਹਿੰਦਾ ਮੰਮੀ ਰੋਟੀ ਖਾਣੀ, ਮੈਂ ਖਾ ਲਾ ਜੀ। ਕਹਿੰਦੀ ਕਿ ਚੱਲ ਤੂੰ ਰੋਟੀ ਆਣ ਕੇ ਖਾ ਲਈ। ਪਹਿਲਾਂ ਚਾਚੇ ਨੂੰ ਛੱਡਿਆ, ਬੜਾ ਸੁਣ ਗਿਆ। ਉੱਥੋਂ ਭੂਆ ਜਰਾ ਕੇ 10 ਕੁ ਮਿੰਟ ਚਲ ਗਿਆ। ਕੋਈ ਗੱਲਬਾਤ ਨਹੀਂ ਸਾਡੇ ਨਾਲ ਕੀਤੀ ਪੁੱਤ ਨੇ ਇੱਦਾਂ ਦੀ। ਹਾਂ ਨਾ ਕੋਈ ਸਾਡੇ ਨਾਲ ਆਪਣੇ ਦਿਲ ਦੀ ਗੱਲ ਦੱਸੀ, ਨਾ ਕੁਛ। ਮੇਰੇ ਪੁੱਤ ਬਹੁਤ ਚੰਗੇ ਹੀ, ਪਤਾ ਨਹੀਂ ਮੇਰੇ ਪੁੱਤ ਦੇ ਕਿੱਥੋਂ ਨਹੀਂ ਨੇਰੀ ਝੁੱਲ ਗਈ। ਬਾਹਰ ਵੀ ਰਹਿ ਕੇ ਆਏ, ਬੜੇ ਸੋਹਣੇ। ਫੋਨ ਕਰਨਾ 2-2 4-4 ਵਾਰੀ, ਕਦੇ ਇਹਨਾਂ ਲੜਾਈ ਨਹੀਂ ਕਰਨੀ। ਦੋਨੇ ਬੇਟੇ ਹੀ, ਦੋਨੇ ਮੇਰੀਆਂ ਮੂੰਹ ਆ ਹੀ ਗਿਆ। ਪਿਆਰ ਨਾਲ ਰਹਿੰਦੇ ਸੀ, ਬੜੇ ਸੋਹਣੇ। ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਕਾਫੀ ਪੈਸਾ ਪੁੱਤ ਦੀ ਪਿਆਰ ਕਮਾਈ ਕਰਦਾ ਸੀ, ਘਰ ਵੀ ਖੇਤੀਬਾੜੀ ਬਥੇਰੀ ਕੰਮ ਕਰਦਾ ਸੀ, ਧਾਰਾਂ ਕੱਢੀ, ਸਾਰੇ ਕੰਮ ਕਰਦਾ ਸੀ। ਬਹੁਤ ਨਾਜ਼ੁਕ ਸੀ ਉਹਨੇ, ਉਹਦੇ ਪੈਸੇ ਕਰਕੇ ਅਸੀਂ ਥੋੜਾ ਆਪਣਾ, ਅਸੀਂ ਉਹਦੇ ਕਰਕੇ ਥੱਲੇ ਲੱਗ ਜਾਣਾ। ਉਹਨੂੰ ਜਾਣਾ ਸੀ, ਅਸੀਂ ਕਿਹਾ ਚੱਲ ਮਕਾਨ ਪਾਵਾਂਗੇ। ਕਹਿੰਦਾ ਮੈਂ ਬਾਹਰ ਜਾਣਾ, ਮੈਂ ਕੋਈ ਨਹੀਂ ਪੁੱਤ। ਕਹਿੰਦਾ ਚਾਚੇ ਨੂੰ, ਕਹਿੰਦਾ ਚਾਚਾ ਮੇਰੇ ਹੁਣ ਪੈਸਿਆਂ ਦਾ ਇੰਤਜ਼ਾਮ ਕਰ ਲਈ। ਕਹਿੰਦਾ ਕੋਈ ਨਹੀਂ, ਜੇ ਤੇਰਾ ਵੀਜ਼ਾ ਆ ਗਿਆ ਕੋਈ ਨਹੀਂ, ਤੈਨੂੰ ਕੋਈ ਲੋੜ ਨਹੀਂ ਟੈਨਸ਼ਨ ਲੈਣ ਦੀ। ਬੜਾ ਸੋਹਣਾ ਪੁੱਤ ਗਿਆ ਇੱਥੋਂ। ਜਾਂ ਕੋਈ ਲੜਾਈ ਹੁੰਦੀ ਜਾਂ ਕੁਛ, ਕੋਈ ਨਹੀਂ ਇੱਦਾਂ ਦੀ ਗੱਲ ਸੀਗੀ ਸਾਡੇ ਨਾਲ। ਪਤਾ ਨਹੀਂ ਪੁੱਤ ਨੇ ਕਿਹੜੀ ਕੋਈ ਟੈਨਸ਼ਨ ਇੱਦਾਂ ਹੀ ਦਿਮਾਗ 'ਤੇ ਲਈ। ਸਾਨੂੰ ਆਪਣਾ ਪੇਪਰ ਦਰਖਾਸਤ ਦੇਣ ਕਰਕੇ ਆ ਪਰਚਾ ਦੇਣੇ ਕੱਚਾ ਨੇ, ਪਤਾ ਨਹੀਂ ਵੀ ਕਿਹੜਾ ਕੋਈ ਟੈਨਸ਼ਨ ਦਿੱਤੀ ਮੇਰੇ ਪੁੱਤ ਨੂੰ, ਕੀ ਹੋਇਆ ਕੀ ਨਹੀਂ, ਇੰਨੀ ਟੈਨਸ਼ਨ ਲਾ ਲਈ। ਨਹੀਂ ਤਾਂ ਇੱਦਾਂ ਦਾ ਮੇਰਾ ਪੁੱਤ ਸ਼ੇਰ ਸੀਗਾ। ਮੇਰੇ ਪੁੱਤ ਨੇ ਕਦੇ ਇੱਦਾਂ ਦੀ ਕੋਈ ਗੱਲ ਨਹੀਂ ਕੀਤੀ ਸੀ। ਪੁੱਤ ਤੋਂ ਬਿਨਾਂ ਮੈਂ ਦੂਰੀ ਆ, ਆਪਣੇ ਪੁੱਤ ਤੋਂ ਬਿਨਾਂ ਮੈਂ ਕੁਛ ਨਹੀਂ ਕਰ ਸਕਦੀ। ਮੈਨੂੰ ਗੱਲਾਂ ਵੀ ਭੁੱਲ ਗਈਆਂ ਆਪਣੇ ਪੁੱਤ ਦੀਆਂ। ਨਿੱਕੀ ਜਿਹੀ ਬੱਚੀ ਹੈ, ਮੈਂ ਕਿੱਦਾਂ ਪਾਲਣੀ ਹੈ, ਮੈਂ ਕਿੱਦਾਂ ਇਹਨਾਂ ਨੂੰ, ਮੈਂ ਸਾਰਾ ਕੁਝ ਦਊਂਗੀ ਪਰ ਆਪਣੇ ਬੱਚੇ ਦਾ ਪਿਆਰ ਨਹੀਂ ਦੇ ਸਕਦੀ। ਸਾਰਾ ਕੁਝ ਮੈਂ, ਇਹਨਾਂ ਨੇ ਕਿੱਥੋਂ ਪੈਦਾ ਕਰਨਾ ਰੋਟੀ, ਕਿੱਦਾਂ ਦਾ ਸਾਡਾ ਘਰ, ਇਹਨਾਂ ਦੀ ਕਮਾਈ ਨਾਲ ਜੀਣਾ ਸੀ। ਕੁਛ ਨਹੀਂ ਪਤਾ ਲੱਗਦਾ ਸਾਨੂੰ ਹੁਣ। ਮੈਂ ਤਾਂ ਕਹਿੰਦੀ ਵੱਧ ਤੋਂ ਵੱਧ ਮੇਰੇ ਬੱਚੇ ਨੇ ਇੰਨਾ ਕੀਤਾ, ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ। ਮੇਰੇ ਬੱਚੇ ਦੀ ਸਜ਼ਾ ਇਹਨਾਂ ਨੂੰ ਮਿਲੇ, ਜਿੱਦਾਂ ਮੇਰੇ ਬੱਚਾ ਇੰਨਾ ਟੈਨਸ਼ਨ ਦੇ ਨਾਲ ਸ਼ਹੀਦ ਹੋ ਗਿਆ, ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਮੈਂ ਵੀ ਦੇਖਾਂ ਜਿੱਦਾਂ ਮੇਰੀ ਧੀ ਬੈਠੀ ਹੈ ਰੰਡੀ ਹੋ ਗਏ, ਇਹਨਾਂ ਦੇ ਵੀ ਅੱਗੇ ਇਦਾਂ ਹੀ ਬਹਿਣ। ਗੱਲਾਂ ਬਾਤਾਂ ਨਹੀਂ ਕਰਦਾ ਸੀਗਾ ਉਹ ਤੁਹਾਡੇ ਨਾਲ ਆ ਕੇ ਕਿ ਮੈਨੂੰ ਮਤਲਬ ਪਰਚੇ ਬਾਰੇ ਉਹਨੇ ਕਦੇ ਗੱਲ ਕੀਤੀ? ਜਿਵੇਂ ਉਹਨੇ ਰਿਕਾਰਡਿੰਗਾਂ ਭੇਜੀਆਂ ਨੇ ਕਿ ਮੇਰੇ ਨਾਲ ਗਲਤ ਕੀਤਾ, ਸਭ ਦਾ ਨਾਮ ਕੀਤਾ, ਪਹਿਲਾਂ ਕੀਤੀਆਂ, ਹੁਣ ਜਦੋਂ ਹੋਇਆ ਹੋਵੇ ਪਰਚੇ ਹੋਏ ਨੂੰ ਵੀ ਕਾਫੀ ਟਾਈਮ ਹੋ ਗਿਆ। 12 ਤਰੀਕ ਨੂੰ ਤੇ ਪਰਚਾ ਦਾਇਰ ਕਰਦੇ ਆ। ਹਾਂਜੀ, ਯਾਨੀ ਕਿ ਰਿਪੋਰਟ ਕਰਦੇ ਦਾਰ 13 ਨੂੰ ਪੁਲਿਸ ਘਰ ਆ ਜਾਂਦੀ ਹੈ। 13 ਨੂੰ ਮੈਂ ਨਕਲਾਂ ਲੈਣ ਗਿਆ ਤੇ ਇਹਨਾਂ ਨੂੰ ਮੈਂ ਕਹਿਣਾ, ਇਹਨਾਂ ਨੇ ਮੈਨੂੰ ਹੁਸ਼ਿਆਰਪੁਰ ਫੋਨ ਕੀਤਾ ਵੀ ਤੂੰ ਕਿੱਥੇ? ਮੈਂ ਕਿਹਾ ਹੁਸ਼ਿਆਰਪੁਰ ਤੁਰ ਪਿਆ। ਕਹਿੰਦੇ ਘਰ ਪੁਲਿਸ ਆਈ। ਮੈਂ ਕਿਹਾ ਤੁਸੀਂ ਇਹਨਾਂ ਪਾਣੀ ਪਿਲਾਓ,
ਚਾਹ ਪਿਲਾਓ। ਇਹਨਾਂ ਕਿਹਾ ਕੱਲ੍ਹ ਆਵਾਂਗੇ। 14 ਨੂੰ ਅਸੀਂ ਥਾਣੇ ਜਾਂਦੇ ਹਾਂ। ਇਨਕੁਆਇਰੀ ਹੋਈ, ਪੁੱਛਿਆ ਉਹਨਾਂ ਨੇ, ਦੋਨਾਂ ਪੰਚਾਇਤਾਂ ਨੂੰ, ਪਿੰਡ ਦਿਆਂ ਨੂੰ ਪੁੱਛਿਆ ਵੀ ਤੁਸੀਂ ਫਾਇਰਿੰਗ ਦੀ ਆਵਾਜ਼ ਸੁਣੀ ਜਾਂ ਕਿਸੇ ਨੇ ਗੋਲੀ ਚਲਾਉਂਦੇ ਦੇਖਿਆ? ਕਹਿੰਦੇ ਨਹੀਂ ਜੀ। ਸਿਰਫ ਇੱਕੋ ਇੱਕ ਸਾਡਾ ਮਾਸੜਾ, ਉਹ ਸਾਡੇ ਨਾਲ ਉਹਦੀ ਅਣਬਣ ਹੈ ਅਤੇ ਉਹ ਇਕੱਲਾ ਹੀ ਨਹੀਂ ਮਾਣ ਸ਼ਰਾਬ ਪੀ ਕੇ, ਅਤੇ ਉਹ ਕਹੀ ਜੇ ਵੀ ਨਹੀਂ ਜੀ ਨਹੀਂ ਮੈਂ ਗੋਲੀ ਦੇਖਿਆ। ਪੈਲੀ ਉਹਨੂੰ ਠੇਕੇ ਦਿੱਤੀ, ਕਹਿੰਦਾ ਮੈਂ ਉੱਥੇ ਪਾਣੀ ਲਾਉਂਦਾ ਸੀ। ਝੂਠੀ ਗਵਾਹੀ ਆ। ਜਦ ਪੈਲੀ ਠੇਕੇ ਦਿੱਤੀ ਨੂੰ 4-5 ਸਾਲ ਹੋ ਗਏ ਆ ਤਾਂ ਤੂੰ ਪਾਣੀ ਕਾਹ ਨੂੰ ਲਾਉਂਦਾ ਸੀ ਪਈ? ਇਹ ਉਹਨਾਂ ਨੇ ਤਾਂ ਕਿਹਾ ਜੀ 8 ਤਰੀਕ ਨੂੰ ਹੋਈ ਹੈ। ਹਾਂਜੀ। ਅਤੇ ਜਿਹੜੀ ਐਪਲੀਕੇਸ਼ਨ ਥਾਣੇ ਦਿੰਦੇ ਉਹ 12 ਨੂੰ ਦਿੰਦੇ ਆ। ਹਾਂਜੀ। ਸਾਨੂੰ ਪੁਲਿਸ ਵਾਲਿਆਂ ਨੇ 11 ਦੱਸਿਆ ਪਰ 12 ਦੀ ਆ। 14 ਨੂੰ ਤੁਸੀਂ ਇਕੱਲੇ ਜਾਂਦੇ ਹੋ? ਮੈਂ ਤੇ ਮੇਰਾ ਭਰਾ ਦੋਨੇ ਜਾਣੇ ਜਾਂਦੇ ਆ। ਹਾਂਜੀ। ਹੋਰ ਪੰਚਾਇਤ ਵੀ ਲੈ ਕੇ ਜਾਂਦੇ ਆ। ਜੀ। ਅਮਨਦੀਪ ਦਾ ਸਾਰਾ ਹਾਦਸਾ ਹੈ 15 ਤਰੀਕ ਨੂੰ। ਹਾਂਜੀ। ਉਹਨਾਂ ਨੇ ਕਿਹਾ ਵੀ ਮੁੰਡਾ ਲਿਆਓ, ਅਸੀਂ ਫੋਨ ਸਾਡੇ ਲੈ ਲਏ, ਲੋਕੇਸ਼ਨ 'ਚ ਪਾਉਣੇ ਆ। ਮੈਂ ਕਿਹਾ ਪਾ ਦਿਓ, ਸਾਨੂੰ ਕਾਹਦਾ ਡਰ ਸੀਗਾ। ਹਾਂਜੀ। ਅਤੇ ਉਹ ਮੁੰਡੇ ਦਾ ਵੀ ਦਿੱਤਾ ਅਤੇ ਉਹ ਕਹਿੰਦੇ ਕੱਲ੍ਹ ਨੂੰ ਲੈ ਕੇ ਆਓ। ਮੈਂ ਕਿਹਾ ਕੱਲ੍ਹ ਹੀ ਲੈਣ। ਮੈਂ ਕੇਸ ਦੀਆਂ ਨਕਲਾਂ ਦਾਇਰ ਕਰਨ ਗਿਆ। ਵਕੀਲ ਨੇ ਕਿਹਾ ਵੀ 28 ਤਰੀਕ ਨੂੰ ਮੈਨੂੰ ਚਾਹੀਦੀਆਂ। ਅਤੇ ਮੈਂ ਨਾਲ ਗਿਆ ਉਹਦੇ। ਮੈਨੂੰ ਭੰਗਾਲੇ ਤੱਕ ਚਾੜ ਕੇ ਬੱਸੇ, ਅਤੇ ਉਹ ਪੁਰਾਣੇ ਭੰਗਾਲੇ ਵੀ ਸਾਡੀ ਸੈਕਟਰ ਹੈ, ਉੱਥੇ ਬਹਿ ਗਿਆ। 4 ਵਜੇ ਆਪਣੇ ਇੱਥੋਂ ਹੋ ਗਿਆ 1:30-2 ਵਜੇ, ਅਤੇ 2:30 ਵਜੇ ਤੋਂ ਟਾਂਡੇ ਸੀਗਾ ਭੂਆ ਦੇ ਘਰ, 2:30-3 ਵਜੇ। ਅਤੇ ਉਹ ਕੋਈ ਗੱਲ ਨਹੀਂ, ਠੀਕ ਠਾਕ ਸੀ, ਕੋਈ ਗੱਲ ਨਹੀਂ। ਕੋਈ ਜਾਂ ਤਾਂ ਹੁੰਦਾ ਵੀ ਕੋਈ ਲੜਾਈ ਪੜਾਈ ਘਰ 'ਚ ਹੋਈ ਹੁੰਦੀ ਤਾਂ ਵੀ ਅਸੀਂ ਮੰਨਦੇ, ਕੋਈ ਗੱਲ ਨਹੀਂ। ਸਾਡੀ ਇਨਕੁਆਇਰੀ ਜਿਹੜੀ ਸੀਗੀ ਥਾਣੇ, ਅਸੀਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ। ਵੀ ਉਹ ਕਹਿੰਦੇ ਮੁੰਡਾ ਜੀ ਕਿੱਥੇ ਗਿਆ? ਮੈਂ ਕਿਹਾ ਜੀ ਮੁੰਡਾ ਕੱਲ੍ਹ ਨੂੰ ਆ ਜਾਏਗਾ। ਮੈਂ ਨਾ ਫੋਨ ਕੀਤਾ, ਮੈਂ ਕਿਹਾ ਇੱਦਾਂ ਕਰਕੇ ਤੈਨੂੰ ਸੱਦਿਆ। ਕਹਿੰਦਾ ਕੋਈ ਗੱਲ ਨਹੀਂ, ਕੱਲ੍ਹ ਮੈਂ ਸਵੇਰੇ ਆ ਜਾਵਾਂਗਾ। ਜਦੋਂ ਸਵੇਰ ਹੋਈ ਅਤੇ ਸਾਨੂੰ ਮੇਰੇ ਭਾਣਜੇ ਨੇ ਫੋਨ ਕੀਤਾ ਭੰਗਾਲਿਓ ਵੀ ਮਮਾ ਮੈਨੂੰ ਮਾਸੀ ਨੇ ਫੋਨ ਕੀਤਾ ਵੀ ਅਮਨ ਨੇ ਨਾ ਰੇਲ ਥੱਲੇ ਖੁਦਕੁਸ਼ੀ ਕਰ ਲਈ। ਅਤੇ ਉਸ ਤੋਂ ਬਾਅਦ ਫਿਰ ਪੁਲਿਸ ਨੇ ਜੋ ਕਾਰਵਾਈ ਕੀਤੀ। ਹੁਣ ਜਿਹੜੇ ਦੂਜੇ ਧਿਰ ਹੈ ਉਹਨਾਂ 'ਤੇ 306 ਦਾ ਪਰਚਾ ਹੈ, 34 ਧਾਰਾ ਲੱਗੀ ਆ। ਦੇਖੋ ਹੁਣ ਪੁਲਿਸ ਕਾਰਵਾਈ ਕਰਦੀ ਹੈ, ਕੀ ਇਨਸਾਫ ਸਾਨੂੰ ਦਿੰਦੀ ਹੈ ਕੀ ਨਹੀਂ ਦਿੰਦੀ। ਪਹਿਲਾਂ 174 ਦੀ ਕਾਰਵਾਈ ਕੀਤੀ ਗਈ ਸੀ, ਬਾਅਦ ਦੇ ਵਿੱਚ ਤੁਸੀਂ ਕੀ ਕੀਤਾ? ਮਤਲਬ ਕੀ ਕਿਹਾ ਜਾ ਕੇ, ਕਿਵੇਂ ਉਹ ਮੰਨੇ ਕਿ ਹਾਂ 306 ਦਾ ਹੀ ਪਰਚਾ ਬਣਦਾ? ਅਸੀਂ ਜਾ ਕੇ ਜਦੋਂ ਪਹਿਲਾਂ ਅਸੀਂ ਗਏ ਅਸੀਂ ਕਿਹਾ ਜੀ ਇੱਦਾਂ ਦਾ ਕਰਕੇ ਤੁਸੀਂ ਆਹ ਮੈਸੇਜ ਹੁਣ ਦੇਖੇ ਆ। ਉੱਥੇ ਇੱਕ ਪੱਤਰਕਾਰ ਆਇਆ ਸੀ, ਉਹਨੇ ਮੈਸੇਜ ਇੱਕ ਦੇਖੇ ਫੋਨ ਖੋਲ੍ਹ ਕੇ, ਅਤੇ ਉਹਨੇ ਕਿਹਾ ਜੀ ਵੀ ਇਹਦੇ ਹਿਸਾਬ ਨਾਲ ਤਾਂ ਕਾਰਵਾਈ ਬਣਨੀ ਚਾਹੀਦੀ ਆ। ਅਸੀਂ ਪੁਲਿਸ ਵਾਲਿਆਂ ਕਿਹਾ ਵੀ ਆਹ ਮੈਸੇਜ ਦੇ ਹਿਸਾਬ ਨਾਲ ਕੀ ਕਾਰਵਾਈ ਬਣਦੀ? ਉਹ ਕਹਿੰਦੇ 306 ਦਾ ਪਰਚਾ ਬਣਨਾ ਚਾਹੀਦਾ। ਅਤੇ ਜਦੋਂ 2-2:30 ਵਜੇ ਅਤੇ ਅਸੀਂ ਕਿਹਾ ਤੁਸੀਂ ਪਰਚਾ ਦਾਇਰ ਨਹੀਂ ਕਿਉਂ ਨਹੀਂ ਕਰਦੇ ਹੁਣ ਦਰਜ? ਉਹ ਕਹਿੰਦੇ ਜੀ ਇਹ ਜਲੰਧਰ ਜਾਣੇ ਪੈਣਾ। ਮੈਂ ਕਿਹਾ ਜਲੰਧਰ ਚਲੋ। ਉਹਨਾਂ ਨੇ ਇੰਸਪੈਕਟਰ ਨਾਲ ਗੱਲ ਕੀਤੀ, ਕਹਿੰਦੇ ਜੀ ਬੰਦੇ ਕਹਿੰਦੇ ਅਸੀਂ ਪਰਚਾ ਕਰਾ ਕੇ ਜਾਣਾ ਅਤੇ ਤੁਸੀਂ ਕਿੱਦਾਂ ਕਰਨੀ, ਤੁਸੀਂ ਇੱਥੇ ਟਾਣੇ? ਕਹਿੰਦੇ ਆ ਜਾਓ। ਅਸੀਂ ਫਿਰ 2 ਗੱਡੀਆਂ ਲੈ ਕੇ ਜਲੰਧਰ ਚਲੇ ਗਏ ਅਤੇ ਉਹਨਾਂ ਨੇ ਉੱਥੇ ਲਿਖਾ ਪੜਤੀ ਕਰਕੇ 306 ਦਾ ਪਰਚਾ ਦਰਜ ਕਰਕੇ ਤਾਂ ਉਹ ਕਹਿੰਦੇ ਜੀ ਹੁਣ ਇਹ ਰਾਤ ਨੂੰ ਨੈੱਟ 'ਤੇ ਚਾੜਾਂਗੇ। ਅਸੀਂ ਤਾਂ ਕਿਹਾ ਕਾਕਾ ਤੁਹਾਨੂੰ ਤਾਂ ਇਹਦੇ ਨਾਲ ਕੋਈ ਮਤਲਬ ਕਿ ਚੱਲਦਾ, ਪਰ ਇਹਨਾਂ ਨੇ ਇੱਕ ਨਾ ਆਹ ਥੋੜ੍ਹੇ ਦਿਨ ਹੋ ਗਏ ਆ 8 ਤਰੀਕ ਦਾ ਦੱਸ ਕੇ, ਅਤੇ ਪੁਲਿਸ ਵਾਲਿਆਂ ਨੇ ਤਾਂ ਸਾਨੂੰ 11 ਦਾ ਕਿਹਾ ਸੀ, ਪਰ ਉਹਨਾਂ ਨੇ ਉਦੋਂ 12 ਤਰੀਕ ਨੂੰ ਐਪਲੀਕੇਸ਼ਨ ਦੇ ਦਿੱਤੀ ਵੀ ਇਹਨਾਂ ਨੇ ਜੀ ਬਾਹਰੋਂ ਬੰਦੇ ਸੱਦ ਕੇ 8 ਤੇ ਗੋਲੀ ਚਲਾਤੀ ਹੈ। ਇਹ ਸੱਚੀ ਇਹ ਗੱਲ? ਨਹੀਂ ਜੀ ਇਹ ਗੱਲ ਕਿੱਥੋਂ ਸੱਚੀ ਆ? ਤੁਹਾਡਾ ਤੁਸੀਂ ਦੇਖਦੇ ਸਾਡਾ ਘਰ ਜਾਂ ਸਾਨੂੰ ਦੇਖਦੇ ਆ? ਸਾਡੇ ਕੋਲ ਕਿਹੜਾ ਹੌਸਲਾ? ਸਾਡੇ ਕੋਲ ਖਾਣ ਜੋਗੀ ਰੋਟੀ ਨਹੀਂ ਪੂਰੀ ਹੁੰਦੀ। ਅਤੇ ਉਹਨਾਂ ਦਾ ਪਿਤਾ ਆ ਉਹ ਖੇਤੀ ਕਰਦਾ, ਅਤੇ ਮੈਂ ਪਹਿਲਾਂ ਡਰਾਈਵਿੰਗ ਕਰਦਾ ਸੀ। ਮੈਂ 2015 ਤੋਂ ਜੋ ਇਹਨਾਂ ਨੇ ਕੇਸ ਲਾਇਆ। ਜੀ ਅਮਨਦੀਪ ਨਾਲ ਤੁਹਾਡੀ ਕੀ ਗੱਲਬਾਤ ਹੋਈ ਸੀ? ਆਖਰੀ ਟਾਈਮ ਤੁਹਾਡੀ ਕੀ ਗੱਲਬਾਤ ਹੋਈ ਉਹਦੇ ਨਾਲ, ਕਦੋਂ ਹੋਈ ਸੀ? ਨਹੀਂ ਸਾਡੇ ਨਾਲ ਗੱਲਬਾਤ ਕੋਈ ਨਹੀਂ ਹੋਈ, ਠੀਕ ਠਾਕ ਸੀਗਾ ਇੱਥੇ, ਕੋਈ ਨਹੀਂ। ਇੱਧਰ ਗਏ ਸੀ ਆਪਣੇ, ਕੋਈ ਨਹੀਂ ਘਰ ਆ, ਠੀਕ ਠਾਕ ਸੀਗਾ। ਇਹ ਸੀਗਾ ਜੀ ਆਹ ਜਿਹੜਾ ਚੱਕਰ ਇਹਦੇ ਨਾਲ ਇੱਧਰ ਅਸੀਂ ਆਪਣੇ ਖੇਤਾਂ 'ਚ ਜਾਂਦੇ ਹਾਂ। ਇਹ ਸਾਨੂੰ ਜਰਾ ਇੱਕ ਦਿਨ ਬੋਲਿਆ ਸੀਗਾ ਬਾਬਾ ਸਿੰਘ ਮੇਰੇ ਨਾਲ ਖੇਤਾਂ ਨੂੰ ਜਾਂਦੇ ਹਾਂ, ਅਤੇ ਸਾਨੂੰ ਜਾਣ ਡਰਾਉਂਦੇ ਧਮਕੀਆਂ ਦਿੰਦੇ ਆ ਜੀ। ਉੱਧਰ ਨੂੰ ਵੀ ਪੈਲੀ, ਉੱਧਰ ਨੂੰ ਉੱਥੇ ਇਹਨਾਂ ਦੀ ਚੱਕੀ ਹੈ, ਅਤੇ ਅਸੀਂ ਐਨ ਲਿਖ ਜਾਈਦਾ ਜਾਂ ਇੱਧਰ ਨੂੰ ਹੋ ਜਾਈਦਾ। ਅਤੇ ਇਹਦੀ ਮਹਿਫਲ ਲੱਗਦੀ, ਬੰਦੇ ਬੜਾ ਚਿਰ 10-11 ਵਜੇ ਤੱਕ ਸ਼ਰਾਬ ਪਿਲਾਉਂਦਾ ਲਿਆਉਂਦਾ ਆ। ਬੜੇ ਕਈ ਆਉਂਦੇ ਜਾਂਦੇ ਆ ਇਹਦੇ ਕੋਲ, ਅਤੇ ਹੋਰ ਨਹੀਂ। ਧੀਏ ਕਾਲੀ ਨਹੀਂ, ਮੈਂ ਤਾਂ ਕਿਤੇ ਵਾਂਢੇ ਗਈ, ਮੈਂ ਤਾਂ ਮੁੱਕੇ 'ਤੇ ਹੀ ਆਈ ਘਰ। ਹਾਂਜੀ ਕੋਈ ਨਹੀਂ ਮੇਰੇ, ਮੈਂ ਤਾਂ ਵਾਂਢੇ ਜਾ ਕੇ ਬੈਠੀ ਰਹੀ ਦਾ ਉੱਥੇ। ਮੈਨੂੰ ਕਹਿਣ ਲੱਗੇ ਵੀ ਇੱਦਾਂ ਕਰਕੇ ਦੀਪ ਸਿੰਘ ਨੇ ਕਰਦਾ ਹੀ ਆ। ਤਾਂ ਮੁੱਕੇ 'ਤੇ ਹੀ ਆਈ ਇਹਨਾਂ ਦੇ 'ਤੇ। ਚਿਹਰਾ ਦੇਖਿਆ ਤੁਸੀਂ ਉਹਦਾ ਆਖਰੀ ਵਾਰ? ਨਹੀਂ ਚਿਹਰਾ ਦੇਖਿਆ ਹੀ ਨਹੀਂ। ਦੇਖਿਆ
ਹੈ ਹੀ ਨਹੀਂ, ਇਹਨਾਂ ਨੇ ਐਂਡ ਬੇਟਿਆ ਸੀਗਾ ਜਿਹੜਾ ਨੇ ਦੱਸਿਆ, ਜਿਹੜਾ ਕਿਸੇ ਨੇ ਵੀ ਨਹੀਂ ਦੇਖਿਆ ਨਾ ਦੱਸਿਆ ਹੀ ਸਾਨੂੰ। ਤਾਂ ਇਹਦਾ ਆਏ ਜਿੱਦਾਂ ਉੱਥੋਂ ਲਿਆਂਦਾ ਉੱਦਾਂ ਹੀ ਮੇਰਾ ਮੰਜੇ ਤੇ ਪਾਇਆ ਤਾਂ ਡੈਥ ਦੇ ਦੁਨੀਆ ਬਹੁਤ ਸੀਗੀ। ਇੱਦਾਂ ਦੇ ਹੋਏ, ਕੋਈ ਸਾਡੀ ਗੱਲਬਾਤ ਨਹੀਂ ਪੁੱਤ ਨਾਲ ਹੋਈ। ਅਮਨਦੀਪ ਦਾ ਸਾਰਾ ਪਰਿਵਾਰ ਸਾਡੇ ਨਾਲ ਬੈਠਾ ਸੀਗਾ। ਅਮਨਦੀਪ ਦੇ ਬਾਰੇ ਤੁਸੀਂ ਹੁਣ ਤੱਕ ਬਹੁਤ ਕੁਝ ਜਾਣ ਲਿਆ, ਕਿਸ ਤਰ੍ਹਾਂ ਦਾ ਉਹ ਇਨਸਾਨ ਸੀ, ਕੀ ਕਰਦਾ ਸੀ ਉਹ, ਤੇ ਕਿਹੜੀ ਗੱਲਾਂ ਦੀ ਉਹਨੂੰ ਟੈਨਸ਼ਨ ਹੋ ਰਹੀ ਸੀ। ਉਹ ਬਕਾਇਦਾ ਉਸਨੇ ਵੌਇਸ ਨੋਟ ਭੇਜੇ ਆਪਣੀ ਪਤਨੀ ਨੂੰ, ਉਹ ਵੀ ਬਿਲਕੁਲ ਉਸ ਮੌਕੇ ਤੋਂ ਪਹਿਲਾਂ ਜਦੋਂ ਉਹਨਾਂ ਨੇ ਦੁਨੀਆ ਛੱਡਣੀ ਸੀ। ਪਰ ਉਸ ਸਵੇਰ ਤੱਕ ਵੀ ਨਾ ਤਾਂ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੂੰ ਪਤਾ ਸੀ, ਨਾ ਘਰਦਿਆਂ ਨੂੰ ਪਤਾ ਸੀ ਕਿ ਉਹਨਾਂ ਕੋਈ ਗਲਤ ਕਦਮ ਚੁੱਕ ਲੈਣਾ। ਪਰ ਫਿਲਹਾਲ ਇਹ ਸਾਰਾ ਪਰਿਵਾਰ ਹੁਣ ਇਸ ਕਰਕੇ ਬੈਠਾ ਹੈ ਕਿ ਇਹਨਾਂ ਨੂੰ ਇਨਸਾਫ ਦੀ ਉਮੀਦ ਹੈ। ਬੀਤੇ ਦਿਨ ਵੀ ਤਰੀਕ ਪੈਣੀ ਹੈ ਅਤੇ ਸਾਰਾ ਮਾਮਲਾ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰ ਚੁੱਕੇ ਹਾਂ। 306 ਦਾ ਪਰਚਾ ਉਹਨਾਂ ਤੇ ਹੋ ਚੁੱਕਿਆ, ਪਰ ਫਿਰ ਵੀ ਜਿਸ ਤਰ੍ਹਾਂ ਦੇ ਨਾਲ ਇਹ ਸਾਰੀ ਕਾਰਵਾਈ ਢਿੱਲੇ ਕਦਮਾਂ ਦੇ ਨਾਲ 2017 ਤੋਂ ਜਿਸ ਤਰ੍ਹਾਂ ਚੱਲ ਰਹੀ ਹੈ, ਹੁਣ ਦੇਖਣਾ ਹੋਵੇਗਾ ਕਿ ਇਸ ਪਰਿਵਾਰ ਨੂੰ ਇਨਸਾਫ ਮਿਲੇਗਾ ਕਿ ਨਹੀਂ, ਕਿਉਂਕਿ ਤੁਸੀਂ ਉਹਨਾਂ ਦੀ ਪਤਨੀ ਦੀ ਹਾਲਤ ਦੇਖ ਸਕਦੇ ਹੋ। ਅਮਨਦੀਪ ਦੀ ਤਸਵੀਰ ਲੈ ਕੇ ਬੈਠੇ ਨੇ, ਉਹ 8ਵਾਂ ਮਹੀਨਾ ਉਹਨਾਂ ਨੂੰ ਲੱਗਿਆ ਹੋਇਆ, ਔਰ ਇੱਕ 1.5 ਸਾਲ ਦੀ ਬੱਚੀ ਜਿਹੜੀ ਆਪਣੇ ਪਾਪਾ ਨੂੰ ਫੋਨ ਤੇ ਆਵਾਜ਼ਾਂ ਮਾਰ ਰਹੀ ਸੀ, ਉਹ ਵੀ ਨਾਲ ਤੁਸੀਂ ਦੇਖੀ ਹੈ। ਉਹਨਾਂ ਦੇ ਚਾਚਾ ਜੀ ਨੇ, ਉਹਨਾਂ ਦੀ ਮਾਤਾ ਜੀ ਨੇ, ਉਹਨਾਂ ਕਿਸੇ ਨੂੰ ਵੀ ਇਨਸਾਫ ਨਹੀਂ ਮਿਲਿਆ ਹੁਣ ਤੱਕ, ਪਰ ਉਹ ਉਮੀਦ ਦੇ ਵਿੱਚ ਨੇ ਕਿ ਇਨਸਾਫ ਮਿਲ ਜਾਵੇਗਾ। ਔਰ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਪੁਲਿਸ ਅਤੇ ਪ੍ਰਸ਼ਾਸਨ ਇਸ ਦੇ ਵੱਲ ਧਿਆਨ ਦੇਵੇ। ਜੇਕਰ ਧੱਕੇ ਦੇ ਨਾਲ ਕੋਈ ਪਰਚਾ ਕਰਵਾਇਆ ਗਿਆ, ਉਸ ਦੀ ਛਾਣਬੀਣ ਕਿਉਂ ਨਹੀਂ ਕੀਤੀ ਗਈ? ਜੇਕਰ ਪਹਿਲਾਂ ਕੋਈ ਗਲਤ ਪਰਚਾ ਹੋਇਆ ਸੀ ਤਾਂ ਉਸ ਨੂੰ ਲੈ ਕੇ ਉਹਨਾਂ ਨੇ ਸਵਾਲ ਖੜੇ ਕੀਤੇ, ਉਹਨਾਂ ਸਵਾਲਾਂ ਦੇ ਜਵਾਬ ਇਸ ਪਰਿਵਾਰ ਨੂੰ ਕਿਉਂ ਨਹੀਂ ਮਿਲੇ? ਇਸ ਘਰ ਦੀਆਂ ਕੱਚੀਆਂ ਕੰਧਾਂ ਦੇ ਵਿੱਚੋਂ ਉਹ ਸਾਰੇ ਦੁੱਖ ਦਰਦ ਝਲਕ ਰਹੇ ਨੇ। ਉਹਨਾਂ ਦੇ ਵੱਲੋਂ ਖੁਦ ਦੱਸਿਆ ਗਿਆ ਕਿ ਅਸੀਂ ਹੁਣ ਤੱਕ ਕੁਝ ਵੀ ਨਹੀਂ ਬਣਾਇਆ। ਵਿਦੇਸ਼ ਦੇ ਵਿੱਚ ਜਾਣਾ ਸੀ ਉਸ ਬੱਚੇ ਨੇ, ਵੀਜ਼ਾ ਆ ਚੁੱਕਿਆ ਸੀ, ਪਰ ਇਹ ਦਰਦ ਭਰੀ ਕਹਾਣੀ। ਅਸੀਂ ਹੁਣ ਇਹੀ ਕਹਿ ਸਕਦੇ ਹਾਂ ਕਿ ਤੁਸੀਂ ਵੱਧ ਚੜ੍ਹ ਕੇ ਇਹਨਾਂ ਦਾ ਸਾਥ ਦੇਵੋ। ਉਮੀਦ ਕਰੋ ਕਿ ਇਸ ਪਰਿਵਾਰ ਨੂੰ ਇਨਸਾਫ ਮਿਲੇ ਤਾਂ ਕਿ ਕਿਸੇ ਹੋਰ ਦੇ ਨਾਲ ਵੀ ਅਜਿਹਾ ਕੋਈ ਵੀ ਧੱਕਾ ਨਾ ਹੋ।